तो पिछे दहकिया तो पंजाब बहुत तरसदे जिते बहुत बड़े करजे दे जी केंद्र ने कांग्रेस की सरकार होने करके ये सब पैकेज नहीं दिता जिहदे नाल अज आर्थिक तौर पर पंजाब करजे च ਉਹ ਤੁਸੀਂ ਮੰਨ ਰਹੇ ਹੋ ਤਾਂ ਫਿਰ ਉਸੇ ਪਾਰਟੀ ਦਾ ਤੁਸੀਂ ਹੱਥ ਫੜਿਆ ਜਿਹੜੀ ਪਾਰਟੀ ਨੇ ਲਗਾਤਾਰ ਵਿਤਕਰਾ ਕੀਤਾ ਪੈਕੇਜ ਨਹੀਂ ਦਿੱਤਾ ਜਾਂ ਕੋਈ ਆਰਥਿਕ ਰਾਹਤ ਨਹੀਂ ਦਿੱਤੀ। ਅਸੀਂ ਇਸ ਗੱਲ ਨੂੰ ਮੁੱਖ ਰੱਖ ਕੇ ਪੰਜਾਬ ਦੇ ਜਿੰਨੇ ਵੀ ਮੁੱਦੇ ਚਾਹੇ ਉਹ ਬੇਰੁਜ਼ਗਾਰੀ ਹੈ ਚਾਹੇ ਚੰਡੀਗੜ੍ਹ ਪੰਜਾਬ ਨੂੰ ਦੇ ਹਵਾਲੇ ਕਰਨਾ ਚਾਹੇ ਇੱਥੇ ਇੰਡਸਟਰੀ ਲੈ ਕੇ ਆਉਣੀ ਹੈ ਇਹਨਾਂ ਮੁੱਦਿਆਂ ਨੂੰ ਵੇਖ ਕੇ ਆਪਾਂ ਬੀਜੇਪੀ ਨੂੰ ਜੁਆਇਨ ਕੀਤਾ। ਉਹ ਰਾਸ਼ਟਰਵਾਦੀ ਇੱਕ ਧੜਾ ਹੈਗਾ ਇੱਕ ਰਾਸ਼ਟਰਵਾਦੀ ਗਰੁੱਪ ਹੈ ਨੈਸ਼ਨਲਿਜ਼ਮ ਉਹਨਾਂ 'ਚ ਹੈਗਾ ਔਰ ਨੈਸ਼ਨਲਿਜ਼ਮ ਦੀ ਉਹ ਗੱਲ ਕਰਦੇ ਨੇ ਕਿਸ ਤਰੀਕੇ ਨਾਲ ਕਰਦੇ ਨੇ ਉਹ ਤੁਸੀਂ ਵੱਧ ਜਾਣਦੇ ਹੋ ਪਰ ਇਹਦੇ ਵਿੱਚ ਹੀ ਪੰਜਾਬ ਦੇ ਲਗਾਤਾਰ ਜਿਹੜੇ ਮਸਲੇ ਰਹੇ ਨੇ ਫੈਡਰਲ ਢਾਂਚੇ ਦੇ ਰਹੇ ਨੇ ਪਾਣੀਆਂ ਦਾ ਮਸਲਾ ਰਿਹਾ ਵੱਧ ਅਧਿਕਾਰਾਂ ਨੂੰ ਲਗਾਤਾਰ ਇੱਥੇ ਸੰਘਰਸ਼ ਹੋਏ ਨੇ ਪਿਛਲਾ ਇਤਿਹਾਸ ਹੈ ਉਹਦੇ ਵਿੱਚ ਤਾਂ ਤੁਹਾਨੂੰ ਲੱਗਦਾ ਹੈ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਪੰਜਾਬ ਦੀ ਗੱਲ ਕਰ ਪਾਓਗੇ ਉੱਥੇ ਜਾ ਕੇ ਉਸ ਮੰਚ 'ਤੇ ਜਦੋਂ ਸੀਐਮ ਬਣੇ ਉਦੋਂ ਸਾਨੂੰ ਬਹੁਤ ਖੁਸ਼ੀ ਸੀ ਸਾਰੇ ਸਮਾਜ ਨੂੰ ਕਿਉਂਕਿ ਅਸੀਂ ਸਮਝਦੇ ਹਾਂ ਕਿ ਪਹਿਲੀ ਵਾਰ ਸਾਨੂੰ ਕਾਂਗਰਸ ਪਾਰਟੀ ਨੇ ਸਾਡਾ ਆਪਣਾ ਸੀਐਮ ਪਰਿਵਾਰ ਦਾ ਸੀਐਮ ਸੋ ਸੀਐਮ ਬਣ ਤੋਂ ਬਾਅਦ ਉਹਨੂੰ ਚੱਲਣ ਹੀ ਨਹੀਂ ਦੇ ਰਹੇ ਬ੍ਰਦਰ ਆਉਣ ਵਾਲੇ ਦਿਨਾਂ 'ਚ ਦੇਖ ਬਹੁਤ ਕੁਝ ਹੋ ਰਿਹਾ ਬੀਜੇਪੀ ਸਾਰੀ ਐ ਲੈਣ ਲੱਗੀ ਤੁਹਾਡੇ ਕੋਲੇ ਕੋਈ ਹਿੰਟ ਤਾਂ ਹੋਏਗਾ ਤੁਹਾਡਾ ਕੋਈ ਦੋਸਤ ਮਿੱਤਰ ਤੁਹਾਡੇ ਪੁਰਾਣੇ ਸੱਜਣ ਵੀ ਜਾ ਰਹੇ ਹੋਏ ਹੁਣੇ ਆ ਤਾਂ ਜ਼ਰੂਰ ਮੈਂ ਚਾਹੂੰਗਾ ਤੁਸੀਂ ਚਲੋ ਅਜੇ ਕੁਝ ਨਹੀਂ ਕਿਹਾ ਸਕਦਾ ਆਪੋ ਆਪਣੀ ਮਰਜ਼ੀ ਆ ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰਕੇ ਜਾਣਾ ਜਿਹਨੇ ਜਾਣਾ ਆਪਣੇ ਮਨ ਦੇ ਬਲਕਿ ਅੰਦਰੋਂ ਜਿਹੜੀ ਉਹਦੀ ਫੀਲਿੰਗ ਆ ਉਹਦੇ ਤਾਂ ਤੁਸੀਂ ਕਹਿ ਰਹੇ ਹੋ ਲਾਈਨਾਂ ਤਾਂ ਲੱਗੀਆਂ ਹੋਈਆਂ ਉਹ ਲਾਈਨਾਂ ਲੱਗੀਆਂ ਨੇ ਲਾਈਨਾਂ ਵਾਸਤੇ ਤੇ ਬਹੁਤ ਦੁਨੀਆ ਲੱਗੀ ਅੱਜ ਅਕਾਲੀ ਦਲ ਦੇ ਵੀ ਕੁਝ ਲੋਕ ਗਏ ਬਹੁਤ ਦੇਖੋ ਦਿਨੋਂ ਦਿਨ ਜਾ ਹੀ ਰਹੇ ਸਿਆਸਤ ਦੇ ਬਾਰੇ ਕਿਹਾ ਜਾਂਦਾ ਕਿ ਸਿਆਸਤ ਕਦੇ ਵੀ ਸਥਿਰ ਨਹੀਂ ਹੁੰਦੀ ਸਿਆਸਤ ਦੇ ਵਿੱਚ ਕਦੋਂ ਚਿਹਰੇ ਬਦਲ ਜਾਂਦੇ ਨੇ ਇਸ ਦਾ ਪਤਾ ਹੀ ਨਹੀਂ ਲੱਗਦਾ ਤਾਂ ਲਗਾਤਾਰ ਪੰਜਾਬ ਦੇ ਇਲੈਕਸ਼ਨ ਸਿਰ ਤੇ ਨੇ ਔਰ ਬੀਜੇਪੀ ਦੇ ਵਿੱਚ ਵੱਡੇ ਚਿਹਰੇ ਔਰ ਇਸ ਦੇ ਨਾਲ ਹੀ ਵੱਖ-ਵੱਖ ਪਾਰਟੀਆਂ ਤੋਂ ਬੀਜੇਪੀ ਦੇ ਨਾਲ ਜਾ ਰਹੇ ਨੇ ਔਰ ਬੀਜੇਪੀ ਦੇ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਉੱਥੇ ਹੀ ਕੱਲ ਹੁੰਦਾ ਕੀ ਹੈ ਕਿ ਫਤਿਹ ਜੰਗ ਸਿੰਘ ਬਾਜਵਾ ਔਰ ਬਲਵਿੰਦਰ ਸਿੰਘ ਲਾਡੀ ਜੋ ਕਿ ਮੌਜੂਦਾ ਵਿਧਾਇਕ ਨੇ ਔਰ ਇਸ ਟਰਮ ਦੇ ਵਿਧਾਇਕ ਨੇ ਉਹ ਵੀ ਬੀਜੇਪੀ ਦਾ ਹੱਥ ਫੜਦੇ ਨੇ ਕੀ ਕਾਰਨ ਰਹੇ ਕੀ ਉਹਨਾਂ ਨੂੰ ਲੱਗਿਆ ਕਿ ਬੀਜੇਪੀ 'ਚ ਜਾਣਾ ਚਾਹੀਦਾ ਇਸ ਟਾਈਮ ਦੇ ਵਿੱਚ ਇਸ ਟਾਈਮਿੰਗ ਦੇ ਵਿੱਚ ਤਾਂ ਬਲਵਿੰਦਰ ਸਿੰਘ ਲਾਡੀ ਸਾਡੇ ਨਾਲ ਲਾਡੀ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਪਹਿਲਾਂ ਮੈਂ ਬਹੁਤ ਬਹੁਤ ਵਧਾਈਆਂ ਔਰ ਨਵੇਂ ਸਾਲ ਦੀਆਂ ਵੀ ਲੱਖ ਲੱਖ ਵਧਾਈਆਂ ਦਿੰਦਾ ਸਰ ਅਕਸਰ ਇਹ ਜਦੋਂ ਇਲੈਕਸ਼ਨ ਸਿਰ ਤੇ ਹੁੰਦੇ ਨੇ ਪੰਜਾਬ ਦੇ ਵਿੱਚ ਦਲ ਬਦਲੀ ਹੁੰਦੀ ਸੀਗੀ ਦੂਸਰੇ ਦਲ ਦੇ ਵਿੱਚ ਜਾਣਾ ਇਹ ਆਮ ਗੱਲ ਹੈ ਸਾਰੀਆਂ ਰਾਜਨੀਤਿਕ ਧਿਰਾਂ ਲਈ ਤਾਂ ਤੁਹਾਨੂੰ ਕਿਉਂ ਲੱਗਦਾ ਹੈ ਕਿ ਇਸ ਟਾਈਮਿੰਗ ਦੇ ਵਿੱਚ ਤੁਸੀਂ ਬੀਜੇਪੀ 'ਚ ਗਏ ਹੋ ਔਰ ਉਹ ਜਾਣਾ ਜ਼ਰੂਰੀ ਤੁਸੀਂ ਦੱਸ ਰਹੇ ਹੋ ਉਸਨੂੰ ਨਹੀਂ ਐਸੀ ਕੋਈ ਗੱਲ ਕੋਈ ਨਹੀਂ ਦਲ ਬਦਲੀ ਨਹੀਂ ਕਿਹਾ ਜਾ ਸਕਦਾ ਤੁਹਾਡਾ ਦਿਲ ਜਿੱਥੇ ਵੱਜਦਾ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੈ ਜੀ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ 5 ਸਾਲ ਅਸੀਂ ਇਹ ਦੇਖਦੇ ਰਹੇ ਕਿ ਬੀਜੇਪੀ ਵਾਲੇ ਸਾਨੂੰ ਪੰਜਾਬ ਸਰਕਾਰ ਨੂੰ ਕੁਝ ਫੰਡ ਐਕਸਟਰਾ ਕੋਈ ਸਪੋਰਟ ਕਰਨਗੇ ਜੋ ਪਿੱਛੇ ਦਹਕਿਆਂ ਤੋਂ ਪੰਜਾਬ ਬਹੁਤ ਤਰਸਦੇ ਜਿੱਥੇ ਬਹੁਤ ਵੱਡੇ ਕਰਜ਼ੇ ਦੇ ਹੇਠ ਦੱਬਿਆ ਹੋਇਆ ਜੀ ਕੇਂਦਰ ਨੇ ਕਾਂਗਰਸ ਦੀ ਸਰਕਾਰ ਹੋਣ ਕਰਕੇ ਇੱਥੇ ਕੋਈ ਐਸਾ ਪੈਕੇਜ ਨਹੀਂ ਦਿੱਤਾ ਜਿਹਦੇ ਨਾਲ ਅੱਜ ਆਰਥਿਕ ਤੌਰ ਤੇ ਪੰਜਾਬ ਕਰਜ਼ੇ 'ਚ ਡੁੱਬਿਆ ਸਰ ਕੇਂਦਰ ਨੇ ਪੈਕੇਜ ਨਹੀਂ ਦਿੱਤਾ ਇਸ ਤੋਂ ਪਹਿਲਾਂ ਵੀ ਜਿਹੜੀਆਂ ਕੇਂਦਰ ਦੇ ਵਿੱਚ ਸਰਕਾਰਾਂ ਰਹੀਆਂ ਪੰਜਾਬ ਦੇ ਨਾਲ ਇੱਕ ਵਿਤਕਰਾ ਰਿਹਾ ਉਹ ਤੁਸੀਂ ਮੰਨ ਰਹੇ ਹੋ ਤਾਂ ਫਿਰ ਉਸੇ ਪਾਰਟੀ ਦਾ ਤੁਸੀਂ ਹੱਥ ਫੜਿਆ ਜਿਹੜੀ ਪਾਰਟੀ ਨੇ ਲਗਾਤਾਰ ਵਿਤਕਰਾ ਕੀਤਾ ਪੈਕੇਜ ਨਹੀਂ ਦਿੱਤਾ ਜਾਂ ਕੋਈ ਆਰਥਿਕ ਰਾਹਤ ਨਹੀਂ ਦਿੱਤੀ ਨਹੀਂ ਐਸੀ ਕੋਈ ਗੱਲ ਨਹੀਂ ਜਦੋਂ ਸਰਦਾਰ ਮਨਮੋਹਨ ਸਿੰਘ ਦੀ ਸਰਕਾਰ ਸੀ ਉਸ ਵੇਲੇ ਬੀਜੇਪੀ ਦੀ ਤੇ ਅਕਾਲੀ ਭਾਜਪਾ ਦੀ ਸਰਕਾਰ ਸੀ ਉਸ ਵੇਲੇ ਪੈਸੇ ਬਹੁਤ ਆਇਆ ਸੜਕਾਂ ਦਾ ਜਾਲ ਪੁਲ ਸਾਰੇ ਉਦੋਂ ਬਣੇ ਲੇਕਿਨ ਹੁਣ ਸਾਨੂੰ ਲੱਗ ਰਿਹਾ ਸੀ ਕਿ ਜੋ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਾਡੇ ਨੌਜਵਾਨ ਬੱਚੇ ਬੇਰੁਜ਼ਗਾਰ ਨੇ ਉਹਨਾਂ ਨੂੰ ਰੁਜ਼ਗਾਰ ਚਾਹੀਦਾ ਸਾਡੇ ਇੱਥੇ ਵੱਡੀ ਕੋਈ ਇੰਡਸਟਰੀ ਹੋਣੀ ਚਾਹੀਦੀ ਹੈ ਵੱਡੇ ਇੰਸਟੀਚਿਊਟ ਹੋਣੇ ਚਾਹੀਦੇ ਨੇ ਜਿਹਦੇ ਨਾਲ ਸਾਡੀ ਬੇਰੁਜ਼ਗਾਰੀ ਖੁਸ਼ਹਾਲੀ ਬਣੇ ਸੋ ਅਸੀਂ ਸਾਰਿਆਂ ਨੇ ਸਲਾਹ ਕੀਤੀ ਕਿ ਜਿੰਨਾ ਚਿਰ ਕੇਂਦਰ ਸਰਕਾਰ ਸਟੇਟ ਸਰਕਾਰ ਦਾ ਹੱਥ ਨਹੀਂ ਫੜਦੀ ਉਹਨਾਂ ਤੱਕ ਸਾਡੀ ਕੋਈ ਤਰੱਕੀ ਨਹੀਂ ਹੋ ਸਕਦੀ ਤਾਂ ਸਰ ਹੁਣ ਇਸ ਵਕਤ ਦੇ ਵਿੱਚ ਤੁਹਾਨੂੰ ਕੀ ਲੱਗਦਾ ਇੱਕ ਪਾਸੇ ਰਾਜਧਾਨੀ ਹੈ ਜਿਹੜੀ ਚੰਡੀਗੜ੍ਹ ਲਗਾਤਾਰ ਪੰਜਾਬ ਦਾ ਹੱਕ ਰਿਹਾ ਰਾਜੀਵ ਲੌਂਗੋਵਾਲ ਸਮਝੌਤਾ ਵੀ ਹੁੰਦਾ ਉਹਦੇ ਤੋਂ ਸਰਕਾਰ ਭੱਜਦੀ ਹੈ ਔਰ ਹੁਣ ਪਿਛਲੇ ਦਿਨਾਂ ਦੇ ਵਿੱਚ ਇਹ ਗੱਲਾਂ ਚੱਲੀਆਂ ਸੀ ਕਿ ਚੰਡੀਗੜ੍ਹ ਜਿਹੜਾ ਪੰਜਾਬ ਨੂੰ ਦਿੱਤਾ ਜਾ ਸਕਦਾ ਇਹ ਤੋਹਫਾ ਹੋ ਸਕਦਾ ਹੈ ਜਾਂ ਇੱਕ ਪੋਲੀਟੀਕਲ ਤੌਰ ਤੇ ਦੇਖੀਏ ਤਾਂ ਇਹਦਾ ਫਾਇਦਾ ਵੀ ਬਹੁਤ ਹੋ ਸਕਦਾ ਭਾਜਪਾ ਨੂੰ ਔਰ ਇਹ ਭਾਜਪਾ ਕਰ ਸਕਦੀ ਹੈ ਔਰ ਕੇਂਦਰ ਦੀ ਸਰਕਾਰ ਇਹ ਕਰ ਸਕਦੀ ਹੈ ਤਾਂ ਇਹ ਲੱਗਦਾ ਤੁਹਾਨੂੰ ਜਾਂ ਜਿਸ ਤਰ੍ਹਾਂ ਕਰਜ਼ਿਆਂ ਦੇ ਵਿੱਚ ਪੰਜਾਬ ਫਸਿਆ ਹੋਇਆ ਨਸ਼ਿਆਂ ਦੇ ਮੁੱਦੇ ਨੇ ਹੋਰ ਬਹੁਤ ਸਾਰੇ ਜਿਹੜੇ ਇਸ਼ੂ ਹੈਗੇ ਨੇ ਜਾਂ ਉਹ ਤੁਹਾਨੂੰ ਲੱਗਦਾ ਉਹ ਵੀ ਹੋਣਗੇ
ਦੇਖੋ ਤੁਹਾਨੂੰ ਵੀ ਪਤਾ ਸਾਰੇ ਪੰਜਾਬ ਦੇ ਮੁੱਦਿਆਂ ਦਾ ਅਸੀਂ ਲੋਕ ਵੀ ਸਮਝਦੇ ਹਾਂ, ਕਿਉਂਕਿ ਅਸੀਂ ਲੋਕ ਜਦੋਂ ਵੋਟਾਂ ਲੈਂਦੇ ਹਾਂ ਉਦੋਂ ਸਾਨੂੰ ਸਾਰੇ ਜਿਹੜੀ ਸਾਡੀ ਪਬਲਿਕ ਆ ਇਹ ਸਾਨੂੰ ਚੇਤਾ ਕਰਾਉਂਦੀ ਹੈ ਜੀ। ਸੋ ਅਸੀਂ ਇਸ ਗੱਲ ਨੂੰ ਮੁੱਖ ਰੱਖ ਕੇ ਪੰਜਾਬ ਦੇ ਜਿੰਨੇ ਵੀ ਮੁੱਦੇ ਨੇ, ਚਾਹੇ ਉਹ ਬੇਰੁਜ਼ਗਾਰੀ ਹੈ, ਚਾਹੇ ਚੰਡੀਗੜ੍ਹ ਪੰਜਾਬ ਨੂੰ ਦੇ ਹਵਾਲੇ ਕਰਨਾ, ਚਾਹੇ ਇੱਥੇ ਇੰਡਸਟਰੀ ਲੈ ਕੇ ਆਉਣੀ ਹੈ, ਇਹਨਾਂ ਮੁੱਦਿਆਂ ਨੂੰ ਹੀ ਵੇਖ ਕੇ ਆਪਾਂ ਬੀਜੇਪੀ ਨੂੰ ਜੁਆਇਨ ਕੀਤਾ। ਔਰ ਜਿਸ ਤਰ੍ਹਾਂ ਅੱਜ ਦੇਸ਼ ਦੇ ਅੰਦਰ ਸ਼੍ਰੀ ਨਰਿੰਦਰ ਮੋਦੀ ਜੀ ਜਿਹੜੇ ਪ੍ਰਧਾਨ ਮੰਤਰੀ ਨੇ, ਅਮਿਤ ਸ਼ਾਹ ਜੀ, ਉਹਨਾਂ ਦੀ ਸਾਰੀ ਟੀਮ ਜਿਹੜੀ ਆ ਅੱਜ ਦੇਸ਼ ਨੂੰ ਇੱਕ ਮੁੱਠ ਰੱਖ ਕੇ ਵਧੀਆ ਕੰਮ ਕਰ ਰਹੀ ਹੈ। ਸੋ ਪਿਛਲੇ ਦਿਨਾਂ ਦੇ ਵਿੱਚ ਕਿਸਾਨਾਂ ਤੇ ਜਿਹੜੇ 3 ਕਾਨੂੰਨ ਕਾਲੇ ਥੋਪੇ ਸੀ ਜੀ, ਉਹ ਤੁਹਾਨੂੰ ਪਤਾ ਹੈ ਕਿ ਕਿੰਨਾ ਸਮਾਂ ਜਿਹੜਾ ਆਪਾਂ ਸਾਡੇ ਕਿਸਾਨ ਭਰਾ, ਸਾਡੇ ਬਜ਼ੁਰਗ ਬੱਚੇ, ਮਾਤਾਵਾਂ ਸੜਕਾਂ ਤੇ ਬਹਿ ਕੇ ਸਰ ਇੱਕ ਲੰਬਾ ਸੰਘਰਸ਼ ਹੋਇਆ ਕਿਸਾਨੀ ਅੰਦੋਲਨ ਦਾ। ਦੱਸਿਆ ਵੀ ਕੜਾਕੇ ਦੀਆਂ ਠੰਡ ਗਰਮੀ ਉਹ ਵਿੱਚ ਹੀ ਆ ਗਿਆ, ਕਿਉਂਕਿ ਲੰਮਾ ਸਮਾਂ ਤਾਂ ਹੀ ਬੰਦਾ ਜੇ ਗਰਮੀ ਵੀ ਤੇ ਆਪਣਾ ਸਰਦੀ ਵੀ ਵਿੱਚ, ਦੋਨੇ ਮੌਸਮ ਜਿਹੜੇ ਨੇ ਬਾਹਰ ਆ ਇਹੋ ਜਿਹੇ ਨੀਲੀ ਛੱਤ ਥੱਲੇ ਹੰਡਾਏ। ਸਰ ਉੱਥੇ ਇੱਕ ਵਾਰ ਉੱਥੇ ਸ਼ੁਰੂ ਕਰਦੇ ਆ ਕਿ ਅੰਦੋਲਨ ਦੇ ਵਿੱਚ ਇਹ ਸਥਿਤੀ ਸੀਗੀ ਭਾਜਪਾ ਦੀ, ਹਰਿਆਣੇ ਦੇ ਵਿੱਚ ਵੀ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਦਾ ਹੈਲੀਕਾਪਟਰ ਤੱਕ ਨਹੀਂ ਉਤਰਿਆ ਸੀਗਾ, ਬੀਜੇਪੀ ਦੀ ਉੱਥੇ ਗਵਰਨਮੈਂਟ ਹੈ। ਔਰ ਦੈਨ ਪੰਜਾਬ ਦੇ ਵਿੱਚ ਵੀ ਲਗਾਤਾਰ ਜਿਹੜਾ ਵਿਰੋਧ ਆ ਹੋ ਰਿਹਾ ਸੀ, ਮਲੋਟ ਤੁਸੀਂ ਦੇਖਿਆ, ਹੋਰ ਵੱਖ-ਵੱਖ ਥਾਵਾਂ ਤੇ ਜਿਹੜੇ ਘਰਾਓ ਹੁੰਦੇ ਰਹੇ, ਤਾਂ ਉਹ ਵੀ ਤੁਹਾਨੂੰ ਲੱਗਿਆ ਇੱਕ ਸਥਿਤੀ ਸਖਾਵੀ ਹੋ ਗਈ। ਪ੍ਰਧਾਨ ਮੰਤਰੀ ਸਾਹਿਬ ਨੇ ਜਿਹੜਾ ਇੱਕ ਥੈਂਕਫੁਲ ਸਟੈਪ ਲਿਆ, ਵੀ ਤੁਹਾਨੂੰ ਹੁਣ ਉਹ ਵੀ ਵਧੀਆ ਲੱਗਿਆ? ਦੇਖੋ ਹਮੇਸ਼ਾ ਇੱਕ ਕਹਾਵਤ ਹੈ ਕਿ ਕਿਸੇ ਨਾਲ ਕੋਈ ਝਗੜਾ ਹੋ ਜਾਂਦਾ ਹੈ, ਜਦੋਂ ਝਗੜੇ ਦਾ ਹੱਲ ਨਿਕਲ ਜਾਂਦਾ, ਆਪਣਾ ਰਾਜੀਨਾਮਾ ਕਰ ਲੈਂਦੇ ਹਾਂ, ਫਿਰ ਮਨਮੁਟਾਵ ਖਤਮ ਹੋ ਜਾਂਦਾ। ਕਿਉਂਕਿ ਇਹ ਜਿਹੜਾ ਕਿਸਾਨਾਂ ਦਾ ਵੱਡਾ ਸੰਘਰਸ਼ ਚੱਲਿਆ, ਇਹਦੇ ਵਿੱਚ ਜਦੋਂ ਪ੍ਰਧਾਨ ਮੰਤਰੀ ਜੀ ਆ ਕੇ ਇਹ ਗੱਲ ਕਿਹਾ ਕਿ ਮੈਂ ਜੇ ਕਿਸਾਨ ਭਰਾਵਾਂ ਨੂੰ ਚੰਗੇ ਢੰਗ ਨਾਲ ਨਹੀਂ ਇਹ ਸਮਝਾ ਸਕੇ, ਇਸ ਚੀਜ਼ ਦੀ ਸੌਰੀ ਫੀਲ ਕਰਦਾ। ਸੋ ਉਹਦੇ ਨਾਲ ਪ੍ਰਧਾਨ ਮੰਤਰੀ ਦਾ ਹੋਰ ਵੀ ਕੱਦ ਵੱਡਾ ਹੋਇਆ। ਉਹਨਾਂ ਨੇ ਕਿਸੇ ਪ੍ਰੈਸ਼ਰ ਥੱਲੇ ਨਹੀਂ ਆਏ, ਉਹਨਾਂ ਨੇ ਆਮ ਸੰਗਤ ਦੇ ਰੂਪ ਦੇ ਵਿੱਚ ਆ ਕੇ ਤੁਹਾਡੇ ਚੈਨਲ, ਤੁਹਾਡੇ ਮੀਡੀਆ ਦੇ ਰਾਹੀਂ ਇਹ ਗੱਲ ਕਹੀ ਸਰ। ਸੋ ਉਹਦੇ ਨਾਲ ਪ੍ਰਧਾਨ ਮੰਤਰੀ ਜੀ ਨੇ ਕੁਝ ਸਭ ਤੋਂ ਵੱਡਾ ਜਿਹੜਾ ਸਾਡਾ ਸਵੇਰੇ ਅਸੀਂ ਗੁਰੂ ਧਾਮਾਂ 'ਚ ਅਰਦਾਸ ਕਰਦੇ ਨਨਕਾਣਾ ਸਾਹਿਬ, ਉਹਦਾ ਕੋਰੀਡੋਰ ਖੋਲ੍ਹਣਾ, ਇਹ ਬਹੁਤ ਪਹਿਲ ਕਦਮੀ ਕੀਤੀ। ਔਰ ਉਹਦੇ ਨਾਲ ਸਾਡੇ ਸਿੱਖ ਜਗਤ, ਸਿੱਖ ਭਾਈਚਾਰੇ 'ਚ ਬੜਾ ਖੁਸ਼ੀ ਦੀ ਮਾਹੌਲ ਹੈ ਕਿ ਜਿਹੜੇ ਆਪਣੇ ਗੁਰੂ ਧਾਮਾਂ ਦੇ ਆਪਾਂ ਦਰਸ਼ਨ ਕਰ ਸਕਦੇ। ਸਰ ਇਹਦੇ ਨਾਲ ਹੀ ਪੰਜਾਬ ਦੇ ਵਿੱਚ ਬਹੁਤ ਛੇਤੀ ਲੋਕ ਮਾਫ ਵੀ ਕਰਦੇ ਨੇ, ਪੰਜਾਬੀਆਂ ਦੀ ਇਹ ਆਦਤ ਰਹੀ ਹੈ ਕਿ ਬਹੁਤ ਜਲਦ ਮਾਫੀ ਉਹ ਦੇ ਦਿੰਦੇ ਨੇ, ਦਿਆਲੂ ਨੇ। ਪਰ ਇਹਦੇ ਨਾਲ ਹੀ ਆਰਐਸਐਸ ਨੂੰ ਲੈ ਕੇ ਪੰਜਾਬ ਦੇ ਵਿੱਚ ਹਮੇਸ਼ਾ ਇੱਕ ਓਪੋਜੀਸ਼ਨ ਰਹੀ ਹੈ, ਪੰਜਾਬ ਦੀ ਜਿਹੜੀ ਮਾਨਸਿਕਤਾ ਰਹੀ ਹੈ ਉਹ ਆਰਐਸਐਸ ਨੂੰ ਨਹੀਂ ਐਕਸੈਪਟ ਨਹੀਂ ਕਰਦੀਗੀ, ਤਾਂ ਉਹ ਕਿਤੇ ਨਾ ਕਿਤੇ ਬੀਜੇਪੀ ਦਾ ਸਿੱਧਾ ਜੁੜੀ ਹੋਈ ਆਰਐਸ ਦੇ ਨਾਲ। ਹੁਣ ਤੁਹਾਨੂੰ ਵੀ ਲੋਕ ਦੇਖਣਗੇ ਤਾਂ ਫਿਰ ਲੱਗਦਾ ਕਿ ਉਹ ਐਕਸੈਪਟੈਂਸ ਹੈ ਜਿਹੜੀ ਸੋਸਾਇਟੀ, ਜਿਹੜੀ ਆਰਐਸ ਦੀ ਆਪਾਂ ਜਾਂ ਬੀਜੇਪੀ ਦੀ ਗੱਲ ਕਰਦੇ ਹਾਂ, ਬਿਲਕੁਲ ਸੈਕੂਲਰ ਬਣ ਚੁੱਕੇ ਨੇ। ਹੁਣ ਪਹਿਲੀ ਸੋਚ, ਨਵੀਂ ਸੋਚ ਆ ਚੁੱਕੀ ਹੈ, ਕਿਉਂਕਿ ਅੱਜ ਹਰ ਬੱਚਾ ਤੋਂ ਲੈ ਕੇ ਸਾਰੇ ਲੋਕ ਚੰਗੀ ਤਰ੍ਹਾਂ ਜਾਣਦੇ ਨੇ। ਸੋ ਬੀਜੇਪੀ ਅੱਜ ਜਿਸ ਤਰ੍ਹਾਂ ਸਿੱਖਾਂ ਦੇ ਨਾਲ ਥੋੜ੍ਹੇ ਦਿਨਾਂ ਦੇ ਵਿੱਚ ਕਿਸ ਤਰ੍ਹਾਂ ਉਹਨਾਂ ਨੇ ਸਾਡੇ ਗੁਰੂ ਧਾਮਾਂ ਦੇ ਵਿੱਚ ਗੁਰੂ ਦੇ ਆਪਣੇ ਸਰੂਪ ਨੂੰ ਮਤਲਬ ਕਿ ਜਿਸ ਤਰ੍ਹਾਂ ਜੋਗੀ ਜੀ ਨੇ, ਪ੍ਰਧਾਨ ਮੰਤਰੀ ਜੀ ਨੇ, ਹੋਰ ਜਿਹੜੇ ਬੀਜੇਪੀ ਵੱਡੇ ਲੀਡਰ ਨੇ, ਕਿਉਂਕਿ ਆਪ ਉਹਨਾਂ ਨੇ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਆਦਰ ਤੇ ਸਤਿਕਾਰ ਕੀਤਾ। ਸੋ ਜਿਹੜੀ ਉਹਨਾਂ ਦੀ ਪਹਿਲੀ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਆਰਐਸ ਦੀ ਉਹ ਸੋਚ ਨਹੀਂ ਹੈਗੀ, ਅੱਜ ਨਵੀਂ ਸੋਚ ਜਿਹੜੀ ਆ ਉਹ ਮੂਵਮੈਂਟ ਹੋ ਰਹੀ ਹੈ। ਅੱਜ ਪੂਰੇ ਦੇਸ਼ ਦੇ ਅੰਦਰ ਇੱਕ ਲਹਿਰ ਹੈ ਭਾਜਪਾ ਦੀ। ਮੈਂ ਸਮਝਦਾ ਕਿ ਤੁਸੀਂ ਦੇਖਣਾ ਕਿ 5 ਜਨਵਰੀ ਨੂੰ ਨਵੇਂ ਸਾਲ ਦੇ ਵਿੱਚ ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਪੰਜਾਬ ਦੇ ਵਿੱਚ, ਬਹੁਤ ਵੱਡੇ ਜਿਹੜੇ ਪੈਕੇਜ ਨੇ ਉਹ ਦੇਣਗੇ ਸਾਨੂੰ ਪੂਰੀ ਉਮੀਦ ਹੈ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਇਹ ਬੜੇ ਫਖਰ ਨਾਲ ਔਰ ਮਾਣ ਨਾਲ ਕਹਿ ਸਕਦੇ ਹਾਂ ਕਿ ਜੋ ਸਾਨੂੰ ਅੱਜ ਪੰਜਾਬ ਜਿਹੜਾ ਬਹੁਤ ਪਛੜ ਗਿਆ, ਅਗਰ ਉਹਨੂੰ ਸਹੀ ਲੀਹਾਂ ਤੇ ਲੈ ਕੇ ਆਉਣਾ ਤੇ ਸਾਨੂੰ ਭਾਜਪਾ ਦਾ ਰੁਖ ਕਰਨਾ ਪਏਗਾ, ਸਾਥ ਦੇਣਾ ਪਊਗਾ। ਸਰ ਤੁਸੀਂ ਗਏ ਹੋ, ਰਾਸ਼ਟਰਵਾਦੀ ਕਿਹਾ ਜਾਂਦਾ ਹੈ ਭਾਜਪਾ ਨੂੰ ਜਾਂ ਬੀਜੇਪੀ ਨੂੰ, ਜਿਹੜੀ ਬੀਜੇਪੀ ਦੀ ਗਵਰਨਮੈਂਟ ਵੀ ਹੈ ਜਾਂ ਜਿਹੜੀ ਪਾਰਟੀ ਵੀ ਸੀ ਜਾਂ ਪਿੱਛੇ ਫਿਰ ਜਿਹੜਾ ਧੜਾ ਕੰਮ ਕਰਦਾ, ਤਾਂ ਉਹ ਰਾਸ਼ਟਰਵਾਦੀ ਇੱਕ ਧੜਾ ਹੈਗਾ, ਇੱਕ ਰਾਸ਼ਟਰਵਾਦੀ ਗਰੁੱਪ ਹੈ, ਨੈਸ਼ਨਲਿਜ਼ਮ ਉਹਨਾਂ 'ਚ ਹੈਗਾ। ਔਰ ਨੈਸ਼ਨਲਿਜ਼ਮ ਦੀ ਉਹ ਗੱਲ ਕਰਦੇ ਨੇ, ਕਿਸ ਤਰੀਕੇ ਨਾਲ ਕਰਦੇ ਨੇ ਉਹ ਤੁਸੀਂ ਵੱਧ ਜਾਣਦੇ ਹੋ। ਪਰ ਇਹਦੇ ਵਿੱਚ ਹੀ ਪੰਜਾਬ ਦੇ ਲਗਾਤਾਰ ਜਿਹੜੇ ਮਸਲੇ ਰਹੇ ਨੇ, ਫੈਡਰਲ ਢਾਂਚੇ ਦੇ ਰਹੇ ਨੇ, ਪਾਣੀਆਂ ਦਾ ਮਸਲਾ ਰਿਹਾ, ਵੱਧ ਅਧਿਕਾਰਾਂ ਨੂੰ ਲਗਾਤਾਰ ਇੱਥੇ ਸੰਘਰਸ਼ ਹੋਏ ਨੇ ਪਿਛਲਾ ਇਤਿਹਾਸ ਆ ਉਹਦੇ ਵਿੱਚ, ਤਾਂ ਤੁਹਾਨੂੰ ਲੱਗਦਾ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਪੰਜਾਬ ਦੀ ਗੱਲ ਕਰ ਪਾਓਗੇ ਉੱਥੇ ਜਾ ਕੇ ਉਸ ਮੰਚ ਤੇ? ਦੇਖੋ ਸਾਡੇ ਕੱਲ੍ਹ ਹੀ ਅਸੀਂ ਜੁਆਇਨ ਕੀਤਾ ਬੀਜੇਪੀ ਨੂੰ, ਔਰ ਬਹੁਤ ਸਾਰੇ ਸੀਨੀਅਰ ਜਿਨ੍ਹਾਂ ਨੇ ਸਾਨੂੰ ਜੁਆਇਨ ਕਰਾਇਆ, ਉਹਨਾਂ ਦੇ ਵਿਚਾਰ ਸੁਣੇ ਆ, ਜਿਨ੍ਹਾਂ ਨੇ ਸਾਨੂੰ ਲੋਕਲ ਸਾਡੀ ਜਿਹੜੇ ਪੰਜਾਬ ਨੂੰ ਦੇਖ ਰਹੇ ਨੇ ਉਹਨਾਂ ਦੇ ਵਿਚਾਰ ਸੁਣੇ ਨੇ। ਸਾਨੂੰ ਨਹੀਂ ਲੱਗਦਾ ਕਿ ਕੋਈ ਐਸੀ ਗੱਲ ਆ। ਉਹਨਾਂ ਨੇ ਹਮੇਸ਼ਾ ਡਿਵੈਲਪਮੈਂਟ ਦੀ ਗੱਲ ਕੀਤੀ ਹੈ, ਪੋਜ਼ਿਟਿਵ ਗੱਲ ਕੀਤੀ ਹੈ, ਔਰ ਅਸੀਂ ਵੀ ਇਸ ਗੱਲ ਤੋਂ ਖੁਸ਼ ਹੈ ਕਿ ਆਪਾਂ ਆਪਣੇ ਪੰਜਾਬੀਆਂ ਨੂੰ
ਚੰਗੇ ਢੰਗ ਨਾਲ ਸਮਝਾ ਸਕਾਂਗੇ ਔਰ ਇਹ ਕਹਿ ਸਕਾਂਗੇ ਅੱਜ ਦੇਸ਼ ਸੁਰੱਖਿਅਤ ਹੈ ਤੇ ਭਾਜਪਾ ਸਰਕਾਰ ਉਹ ਡਿਸਪਲਿਨ ਪਾਰਟੀ ਹੈ, ਉਹਨਾਂ ਦਾ ਡਿਸਪਲਿਨ ਹੈ। ਜਿਸ ਘਰ ਦੇ ਵਿੱਚ ਡਿਸਪਲਿਨ ਹੀ ਨਹੀਂ, ਉੱਥੇ ਤੁਹਾਨੂੰ ਪਤਾ ਕਿਤੇ ਨਾ ਕਿਤੇ ਜਿਸ ਤਰ੍ਹਾਂ ਪਿਛਲੇ ਦਿਨਾਂ 'ਚ ਬੇਅਦਬੀਆਂ ਹੋਈਆਂ ਜੀ, ਬੰਬਕਾਂਡ ਹੋਏ ਦਰਬਾਰ ਸਾਹਿਬ ਦੇ ਵਿੱਚ ਜਾ ਕੇ, ਕਿਸ ਤਰ੍ਹਾਂ ਦਾ ਇੱਕ ਵਾਕਿਆ, ਇਹੋ ਜਿਹੇ ਘਟਾਉਣੀਆਂ ਕਾਰਵਾਈਆਂ ਨੂੰ ਅਗਰ ਲਗਾਮ ਦੇ ਸਕਦੇ ਨੇ ਉਹ ਅੱਜ ਪਰ ਤੁਹਾਡੇ ਵਿਰੋਧੀ ਸਰ ਜਿਹੜੇ ਕੱਲ ਤੱਕ ਤੁਹਾਡੇ ਮਿੱਤਰ ਸੀ, ਕੱਲ ਤੱਕ ਤੁਹਾਡੇ ਸਾਥੀ ਸੀ ਜਿਹੜੀ ਕਾਂਗਰਸ, ਉਹ ਅੱਜ ਤੁਹਾਡੀ ਵਿਰੋਧੀ ਹੋ ਗਈ ਔਰ ਉਹਨਾਂ ਨੇ ਇਹ ਇਲਜ਼ਾਮ ਵੀ ਲਗਾਇਆ ਸੀ ਔਰ ਕਿਤੋਂ ਨਾ ਕਿਤੇ ਇਹ ਸੁਰ ਉੱਠ ਰਹੇ ਸੀ ਕਿ ਇਹ ਜਿਹੜੀਆਂ ਕਾਰਵਾਈਆਂ ਨੇ ਏਜੰਸੀਆਂ ਦੀਆਂ ਹੋ ਸਕਦੀਆਂ ਨੇ, ਹੋ ਸਕਦਾ ਇਹਦੇ ਵਿੱਚ ਕਿਸੇ ਹੋਰ ਵਿਰੋਧੀ ਪਾਰਟੀ ਦਾ ਹੱਥ ਹੋਵੇ। ਉਦੋਂ ਤੱਕ ਤੁਸੀਂ ਕਾਂਗਰਸ 'ਚ, ਅੱਜ ਬੀਜੇਪੀ, ਤਾਂ ਇਹਦਾ ਮਤਲਬ ਬੀਜੇਪੀ ਦੇ ਕਿਤੇ ਨਾ ਕਿਤੇ ਉਹ ਲੱਗਦਾ ਰਿਹਾ ਕਿ ਬੀਜੇਪੀ ਕਰਵਾ ਰਹੀ ਹੈ ਕਿ ਇੱਕ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਕਿਹਾ ਕਿ ਵੋਟ ਇੱਕ ਧੜੇ ਦੀ ਵੋਟ ਇਕੱਠੀ ਕਰਨ ਵਾਸਤੇ, ਤਾਂ ਉਹ ਲੱਗਦਾ ਨਹੀਂ ਕਿ ਐਸੀ ਕੋਈ ਗੱਲ ਨਹੀਂ। ਬੀਜੇਪੀ ਕੋਈ ਨਵੀਂ ਪੰਜਾਬ ਦੇ ਵਿੱਚ ਸੱਤਾ 'ਚ ਨਹੀਂ, ਪਿਛਲੇ 10 ਸਾਲ ਅਕਾਲੀ ਭਾਜਪਾ ਤੇ ਸਰਕਾਰ ਨੇ ਇਕੱਠਾ ਰਾਜ ਕੀਤਾ। ਇਸ ਤੋਂ ਪਹਿਲਾਂ ਵੀ ਬੀਜੇਪੀ ਹਮੇਸ਼ਾ ਨਾਲ ਰਹੀ ਹੈ ਅਕਾਲੀ ਦਲ ਦੇ ਔਰ ਜੇ ਕੋਈ ਇਹੋ ਜਿਹੀ ਸੋਚ ਹੁੰਦੀ ਤੇ ਮੈਂ ਸਮਝਦਾ ਕਿ ਐਵੇਂ ਗੱਲਾਂ ਨੇ, ਫਜ਼ੂਲ ਨੇ ਕਿ ਹੱਥ ਨਾ ਪਹੁੰਚੇ ਕਿਥੋਂ ਘੋੜੀ ਦੇ ਵਾਲਾ ਹਿਸਾਬ ਹੈ। ਜੇ ਆਪਾਂ ਬੀਜੇਪੀ ਨੂੰ ਇਹਨਾਂ ਗੱਲ ਕਰ ਰਹੇ ਹਾਂ ਤੇ 10 ਸਾਲ ਪਹਿਲਾਂ ਵੀ ਨਵਜੋਤ ਸਿੱਧੂ ਵੀ ਬੀਜੇਪੀ 'ਚ ਰਹੇ ਨੇ, ਉਹਨਾਂ ਦੇ ਪਾਰਲੀਮੈਂਟ ਮੈਂਬਰ ਵੀ ਰਹੇ ਨੇ ਔਰ ਸਰਕਾਰ 'ਚ ਵੀ ਅਕਾਲੀ ਭਾਜਪਾ 'ਚ ਸਰਕਾਰ 'ਚ ਰਹੇ ਨੇ। ਉਦੋਂ ਬੀਜੇਪੀ ਨੂੰ ਕਿਉਂ ਨਹੀਂ ਮਾੜਾ ਕਿਹਾ? ਉਹਨਾਂ ਨੇ ਫਿਰ ਛੱਡਿਆ ਵੀ ਹੈ ਜੀ ਔਰ ਕਾਂਗਰਸ ਨੇ ਵੱਡੀ ਜ਼ਿੰਮੇਵਾਰੀ ਦਿੱਤੀ। ਸੁਣੋ ਨਾ, ਮੇਰੀ ਬੇਨਤੀ ਸੁਣੋ। ਉਦੋਂ ਅਕਾਲੀਆਂ ਦੇ ਨਾਲ ਉਹਨਾਂ ਦੀ ਗੱਲ ਸੀ, ਬੀਜੇਪੀ ਨਾਲ ਨਹੀਂ ਸੀ ਜੀ। ਉਹ ਇਹ ਕਹਿੰਦੇ ਸੀ ਕਿ ਮੈਂ ਅਕਾਲੀਆਂ ਤੋਂ ਦੁਖੀ ਹਾਂ, ਉਹ ਤਾਂ ਕਰਕੇ ਬੀਜੇਪੀ ਨੇ ਵੀ ਅਕਾਲੀਆਂ ਨੂੰ ਛੱਡਿਆ। ਉਹ ਤਾਂ ਕਾਂਗਰਸ ਨੂੰ ਕਹਿੰਦੇ ਰਹੇ ਕਿ 75-25 ਦਾ ਜਿਹੜਾ ਅੰਕੜਾ ਕੈਪਟਨ ਅਮਰਿੰਦਰ ਸਿੰਘ ਖੇਡ ਰਹੇ ਨੇ ਉਹਦਾ ਲਗਾਤਾਰ ਵਿਰੋਧ ਕਰ ਰਹੇ ਹੋ। ਉਹਨਾਂ ਨੇ ਕੱਲ ਵੀ ਕਿਹਾ ਕਿ ਮੈਂ ਉਹਨਾਂ ਨੂੰ ਉਤਾਰਿਆ। ਬੜੇ ਸਤਿਕਾਰਯੋਗ ਨੇ ਕੈਪਟਨ ਅਮਰਿੰਦਰ ਸਿੰਘ ਜੀ, ਉਹਨਾਂ ਨੇ 10 ਸਾਲ ਚੀਫ ਮਿਨਿਸਟਰੀ ਕੀਤੀ ਹੈ, 9 ਸਾਲ, ਔਰ ਬੜਾ ਵਧੀਆ ਪ੍ਰਸ਼ਾਸਨ ਦਿੱਤਾ ਹੈ। ਕੋਵਿਡ ਵਿੱਚ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਔਰ ਮੈਂ ਸਮਝਦਾ ਕਿ ਇੱਕ ਸੀਨੀਅਰ ਬੰਦੇ ਨੂੰ ਛੋਟੇ ਲਫ਼ਜ਼ ਬੋਲ ਰਹੇ ਬੜੀ ਮਾੜੀ। ਪਰ ਸਰ ਗੱਲ ਇੱਥੇ ਹੈ ਕਿ ਵਧੀਆ ਕੰਮ ਕੀਤਾ, ਵਧੀਆ ਪਾਰਟੀ ਸੀ, ਵਧੀਆ ਲੋਕ ਸੀ, ਤੁਸੀਂ ਅਮਰਿੰਦਰ ਸਿੰਘ ਨਾਲ ਨਹੀਂ ਗਏ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ ਕੈਪਟਨ ਅਮਰਿੰਦਰ ਸਿੰਘ ਨਾਲ ਨਹੀਂ ਗਏ, ਸਿੱਧਾ ਬੀਜੇਪੀ ਨਾਲ ਜਾਂਦੇ ਹੋ। ਔਰ ਦੂਸਰੀ ਗੱਲ ਇਹ ਹੈ ਜੇ ਵਧੀਆ ਕਾਂਗਰਸ ਨੇ ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕੰਮ ਕੀਤਾ ਸੀ ਤਾਂ ਫਿਰ ਇਹ ਸਟੈਪ ਦੀ ਕੀ ਲੋੜ ਪਈ ਸੀਗੀ ਜੇ ਅਗਰ ਤੁਸੀਂ ਵਧੀਆ ਕਰ ਹੀ ਰਹੇ ਸੀ? ਨਹੀਂ ਅਸੀਂ ਨਹੀਂ। ਉਹ ਜਦੋਂ ਦੇਖੋ ਜਿਹੜੇ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਦੀ ਆਪਣੀ ਪਾਰਟੀ ਆ, ਉਹ ਉਹਨਾਂ ਦਾ ਨਾਲ ਭਾਈਵਾਲ ਬਣ ਗਏ ਨੇ ਬੀਜੇਪੀ ਦੇ, ਲੇਕਿਨ ਸਾਡੀ ਇਹ ਸੋਚ ਸੀ ਕਿ ਜਿੰਨਾ ਤੱਕ ਸਿੱਧਾ ਜਾ ਕੇ ਆਪਾਂ ਬੀਜੇਪੀ ਨਾਲ ਨਹੀਂ ਟੱਚ ਕਰਦੇ ਉਹਨਾਂ ਤੱਕ ਸਾਨੂੰ ਪੰਜਾਬ ਵਾਸਤੇ ਜਾਂ ਆਪਣੇ ਹਲਕਿਆਂ ਵਾਸਤੇ ਕੁਝ ਨਹੀਂ ਮਿਲਦਾ। ਅੱਜ ਮੇਰੇ ਹਲਕੇ ਦੇ ਵਿੱਚ ਸ਼੍ਰੀ ਹਰਗੋਬਿੰਦਪੁਰ ਸਾਹਿਬ, ਜਿੱਥੇ ਕਿ ਉੱਥੋਂ ਦੇ MP ਜਿਹੜੇ ਨੇ ਸੋਮਨਾਥ ਜੀ, ਉਹ ਕੇਂਦਰੀ ਮੰਤਰੀ ਰਾਜ ਮੰਤਰੀ ਨੇ। ਅਗਰ ਮੈਂ ਸਿੱਧਾ ਜੁੜੂੰਗਾ ਤੇ ਮੈਨੂੰ ਉਹ ਆਪਣੇ ਕੋਲੋਂ ਵੀ ਫੰਡ ਦੇਣਗੇ, ਆਪਣੀ ਜਿਹੜਾ ਡਿਪਾਰਟਮੈਂਟ ਹੈ ਇੰਡਸਟਰੀ ਦਾ ਜਾਂ ਜਿਹੜਾ ਵੀ ਉਹਨਾਂ ਕੋਲੋਂ ਡਿਪਾਰਟਮੈਂਟ ਹੈ ਉਹਦਾ ਕੋਈ ਨਾ ਕੋਈ ਹਿੱਸਾ ਜਿਹੜਾ ਸ਼੍ਰੀ ਹਰਗੋਬਿੰਦਪੁਰ 'ਚ ਆਪਾਂ ਲੈ ਕੇ ਆਵਾਂਗੇ। ਇਸ ਵਜ੍ਹਾ ਕਰਕੇ ਆਪਾਂ ਦੇਖੋ ਸਾਡੀ ਇਹ ਸੋਚ ਹੈ ਕਿ ਆਪਾਂ ਹਲਕੇ ਨੂੰ ਡਿਵੈਲਪ ਕਰਨਾ, ਆਪਣੀ ਚੰਗੀ ਕੋਈ ਇੰਡਸਟਰੀ ਲੈ ਕੇ ਆਉਣੀ ਔਰ ਪੰਜਾਬ ਨੂੰ ਤਰੱਕੀ ਦੇਣੀ, ਇਹ ਸਾਡਾ ਫਰਜ਼ ਹੈ। ਇਹ ਸਰ ਸਾਰੀਆਂ ਗੱਲਾਂ ਭਵਿੱਖ ਦੀ ਗੋਦ ਦੇ ਵਿੱਚ ਨੇ, ਪਰ ਇਸ ਤੋਂ ਵੱਡੇ ਸਵਾਲ ਇਹ ਨੇ ਕਿ ਕਾਂਗਰਸ ਇਹ ਲਗਾਤਾਰ ਕਹਿ ਰਹੀ ਹੈ ਕਿ ਜਿਸ ਤਰ੍ਹਾਂ ਅੱਜ CM ਸਾਹਿਬ ਆਏ ਕਿ ਅਸੀਂ ਪੰਜਾਬ ਨੂੰ ਡਿਵੈਲਪਮੈਂਟ ਹੋਰ ਦੇਣੀ ਹੈ ਔਰ ਰਫਤਾਰ ਦਿੱਤੀ ਹੈ। ਅਸੀਂ ਕੈਪਟਨ ਅਮਰਿੰਦਰ ਸਿੰਘ ਹਰੀ 4 ਸਾਲ ਮਹਿਲ ਤੋਂ ਨਹੀਂ ਨਿਕਲੇ। CM ਚੰਨੀ ਬੜਾ ਦਾਅਵਾ ਕਰਦੇ ਨੇ ਕਿ ਮੈਂ ਇੱਕ ਆਮ ਇਨਸਾਨ ਹਾਂ, ਇੱਕ ਆਮ ਇਨਸਾਨ ਦੀ ਤਰ੍ਹਾਂ ਵਿਚਰਦਾ, ਚਾਹੇ ਨਵਜੋਤ ਸਿੱਧੂ ਹੋਰਾਂ ਦੇ ਸੁਰ ਕੁਝ ਅਲੱਗ ਚੱਲਦੇ ਨੇ, ਪਰ ਤੁਹਾਨੂੰ ਲੱਗਦਾ ਨਹੀਂ ਕਿ ਤੁਸੀਂ ਜਿਹੜਾ ਲੜ ਪਾਓਗੇ, ਫਾਈਟ ਹੈ ਤੁਹਾਡੀ ਰਹੇਗੀ? ਦੇਖੋ ਮੈਂ ਵੀ ਦਲਿਤ ਹਾਂ ਔਰ ਚੰਨੀ ਸਾਹਿਬ ਵੀ ਦਲਿਤ, ਸਾਡੇ ਪਰਿਵਾਰ 'ਚੋਂ ਹੀ। ਜਦੋਂ CM ਬਣੇ ਉਦੋਂ ਸਾਨੂੰ ਬਹੁਤ ਖੁਸ਼ੀ ਸੀ ਸਾਰੇ ਸਮਾਜ ਨੂੰ, ਕਿਉਂਕਿ ਅਸੀਂ ਸਮਝਦੇ ਹਾਂ ਕਿ ਪਹਿਲੀ ਵਾਰ ਸਾਨੂੰ ਕਾਂਗਰਸ ਪਾਰਟੀ ਨੇ ਸਾਡਾ ਆਪਣਾ CM ਦਿੱਤਾ, ਪਰਿਵਾਰ ਦਾ CM ਦਿੱਤਾ। ਸੋ CM ਬਣ ਤੋਂ ਬਾਅਦ ਉਹਨੂੰ ਚੱਲਣ ਹੀ ਨਹੀਂ ਦੇ ਰਹੇ। ਜੋ ਹਾਲਾਤ ਤੁਸੀਂ ਦੇਖ ਰਹੇ ਹੋ, ਤੁਹਾਨੂੰ ਸਾਰੇ ਤੁਹਾਡੇ ਮੀਡੀਆ ਨੂੰ ਪਤਾ ਹੈ ਕਿ ਚੰਨੀ ਬੇਵਸ ਹੋ ਗਿਆ। ਜਿਸ ਤਰ੍ਹਾਂ ਦਾ ਗ੍ਰਾਫ ਤਾਂ ਨੂੰ ਗਿਆ ਸੀ ਉਸੇ ਤਰ੍ਹਾਂ ਠਾਂ ਆ ਰਿਹਾ। ਕੌਣ ਲੱਗਦਾ ਸਰ, ਕੌਣ ਲੱਗਦਾ ਕਿ ਬਹੁਤ ਸਾਰੇ ਲੋਕ ਤਾਂ ਨਵਜੋਤ ਸਿੰਘ ਸਿੱਧੂ ਹੋਰਾਂ ਤੇ ਵੀ ਇਸ਼ਾਰਾ ਉਧਰ ਵੀ ਕਰਦੇ ਨੇ? ਮੈਂ ਇਹ ਨਹੀਂ ਇਸ਼ਾਰਾ ਕਰਨਾ, ਤੁਹਾਨੂੰ ਪਤਾ ਹੈ। ਬਾਕੀ ਇਹ ਹੈ ਕਿ ਕਾਂਗਰਸ ਜਿਹੜੀ ਹੈ ਅੱਜ ਧੜਿਆਂ 'ਚ ਵੰਡੀ ਗਈ ਹੈ, ਕੋਈ ਵਾਲੀ ਵਾਰਸ ਨਹੀਂ ਹੈ। ਜੇ ਵਾਲੀ ਵਾਰਸ ਨਹੀਂ ਕਿਸ ਪਰਿਵਾਰ ਦਾ, ਉੱਥੇ ਤੁਸੀਂ ਘਰ ਦੇ ਵਿੱਚ ਕੀ ਜਾ ਕੇ ਉੱਥੋਂ ਆਸ ਰੱਖ ਸਕਦੇ? ਕਾਂਗਰਸ ਕਹਿੰਦੀ ਹੈ ਕਿ ਅਸੀਂ ਬਿਨਾਂ CM ਫੇਸ ਤੋਂ ਲੜਾਂਗੇ, ਕਿ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਤੁਸੀਂ ਧੜੇਬਾਜ਼ੀ ਹੋ ਰਹੀ ਸੀ, ਆਉਣ ਵਾਲਾ ਵਕਤ ਦੱਸੇਗਾ। ਕਹਿੰਦੇ ਨਵਜੋਤ ਸਿੰਘ ਸਿੱਧੂ ਕਹਿੰਦੇ ਕਿ ਅਸੀਂ ਟਿਕਟਾਂ ਕੱਟ ਲੀਆਂ ਸੀਗੀਆਂ ਜਿਹੜੇ ਵਿਧਾਇਕ ਗਏ ਨੇ, ਤੁਹਾਡੇ ਬਾਰੇ ਉਹਨਾਂ ਨੇ ਕਿਹਾ ਕਿ ਅਸੀਂ ਟਿਕਟ ਕੱਟਤੀ ਸੀਗੀ, ਇਸੇ ਡਰੋ ਹੋ ਗਏ ਨੇ। ਨਹੀਂ ਐਸੀ ਕੋਈ ਨਹੀਂ, ਅਜੇ ਤੱਕ ਟਿਕਟਾਂ ਦੀ ਲਿਸਟ ਜਾਰੀ ਨਹੀਂ ਹੋਈ। ਉਹਦੇ ਕੱਲ ਵੀ ਮੈਸੇਜ ਆਇਆ ਕਿ ਤੁਸੀਂ ਨਾ ਜਾਓ, ਟਿਕਟ ਤੁਹਾਡੀ ਹੈ। ਹੋ ਸਕਦਾ ਸਰ ਸੈਟਅਪ ਹੋਇਆ। ਮੇਰੀ ਗੱਲ ਸੁਣੋ ਤੇ ਫਿਰ ਕੀ ਨਹੀਂ, ਇਹ ਅਸੀਂ ਜੋ ਫੈਸਲਾ ਕੀਤਾ, ਅਸੀਂ ਆਪਣੇ ਲੋਕਾਂ ਨਾਲ ਜੋ ਵਾਅਦੇ ਕੀਤੇ ਅਸੀਂ ਉਹਨਾਂ ਨੂੰ ਪੂਰਾ ਕਰਨ ਵਾਸਤੇ। ਔਰ ਆਖਰ ਦੇ ਵਿੱਚ 2-3 ਸਵਾਲ ਨੇ ਸਰ। ਕੈਪਟਨ ਅਮਰਿੰਦਰ ਸਿੰਘ ਵੀ ਬੀਜੇਪੀ ਨਾਲ ਆ ਰਹੇ ਨੇ, ਹੋਰ ਵੀ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਉਹ ਸਹਿਮਤੀ ਬਣਾ ਰਹੀਆਂ ਨੇ ਅਲਾਈਅੰਸ ਦੇ ਵਿੱਚ, ਤਾਂ ਤੁਹਾਡਾ CM ਫੇਸ ਕੌਣ ਹੋਏਗਾ? ਦੇਖੋ ਅਸੀਂ ਤੇ ਕੱਲ੍ਹ ਹੀ ਅਜੇ ਜੁਆਇਨਿੰਗ ਹੋ ਗਈ, ਅਜੇ ਤੇ ਸਾਰਿਆਂ ਨੂੰ ਮਿਲਣਾ। ਅਸੀਂ ਤੇ ਰਾਤੀ ਅਜੇ 12 ਵਜੇ ਤੇ ਦਿੱਲੀੋਂ ਚੰਡੀਗੜ੍ਹ ਪਹੁੰਚੇ।
ਸੋ ਅਸੀਂ ਸਮਝਦੇ ਹਾਂ ਕਿ ਪਹਿਲਾਂ ਸਾਰਿਆਂ ਨੂੰ ਮਿਲ ਲਈਏ। ਇਹ ਫੈਸਲਾ ਹਾਈ ਕਮਾਂਡ ਦਾ, ਜੋ ਸਾਡੀ ਸੁਪਰੀਮ ਪਾਵਰ ਰਾਸ਼ਟਰੀ ਜਿਹੜੀ ਭਾਜਪਾ ਆ ਉਹ ਕਰੂਗੀ। ਕਾਂਗਰਸ ਕਹਿੰਦੀ ਹੈ ਅਸੀਂ ਸੀਐਮ ਫੇਸ ਤੋਂ ਬਿਨਾਂ ਲੜਾਂਗੇ। ਔਰ ਚਲੋ ਮੇਰੇ ਪਾਰਟੀਆਂ ਦਾ ਨਾ ਆਪੋ ਆਪਣਾ ਇੱਕ ਦਾਇਰਾ ਹੁੰਦਾ ਜੀ, ਕਿਸੇ ਨੇ ਫੇਸ ਬਣਾ ਕੇ ਇਲੈਕਸ਼ਨ ਲੜਨੀ ਹੈ, ਕਿਸੇ ਨੇ ਫੇਸ ਤੋਂ ਇਲਾਵਾ ਲੜਨੀ ਹੈ। ਕੇਜਰੀਵਾਲ ਸਾਹਿਬ ਵੀ ਕਹਿ ਰਹੇ ਕਿ ਅਸੀਂ ਬਾਅਦ 'ਚ ਫੇਸ ਕਰਾਂਗੇ। ਲੇਕਿਨ ਦੇਖੋ ਭਾਜਪਾ ਜਿਹੜੀ ਆ ਬੜੀ ਸੈਕੂਲਰ ਪਾਰਟੀ ਹੈ ਔਰ ਉਹਦਾ ਸਿਧਾਂਤ ਵੀ ਹੈ, ਉਹ ਅੱਜ ਬਿਲਕੁਲ ਆਪਣੇ ਸਿਧਾਂਤਾਂ ਤੋਂ ਸੱਜੇ ਖੱਬੇ ਨਹੀਂ ਹੁੰਦੀ। ਮੈਂ ਸਮਝਦਾ ਕਿ ਇਹੋ ਜਿਹੀ ਪਾਰਟੀ ਦੇ ਸਾਡਾ ਦੇਸ਼ ਜਿੱਥੇ ਸੁਰੱਖਿਅਤ ਹੈ, ਪੰਜਾਬ ਜਿਹੜਾ ਵੀ ਚਿਹਰਾ ਚੰਗਾ ਜਾਂ ਜਿਹੜਾ ਵੀ ਚਿਹਰਾ ਵਧੀਆ ਜਾਂ ਜੋ ਹਾਈ ਕਮਾਂਡ ਭੇਜੂਗੀ ਉਹਨੂੰ ਅਸੀਂ ਐਕਸੈਪਟ ਕਰਾਂਗੇ। ਇਹਦੇ ਵਿੱਚ ਤੇ ਸਾਰੇ ਹੁਣ ਵਰਕਰ, ਪੰਜਾਬ ਦੀ ਆਵਾਮ ਜਨਤਾ ਜਿਹੜੀ ਆ ਉਹ ਬੀਜੇਪੀ ਨੂੰ ਲਾਈਕ ਕਰ ਰਹੀ ਹੈ। ਦੂਸਰਾ ਇਹ ਹੈ ਕਿ ਅਰਵਿੰਦ ਕੇਜਰੀਵਾਲ ਵੀ ਦਾਅਵਾ ਕਰਦੇ ਨੇ ਔਰ ਹੋਰ ਵੀ ਜਿਹੜੇ ਸਾਰੇ ਤੁਹਾਡੇ ਵਿਰੋਧੀ ਇਹ ਕਹਿੰਦੇ ਨੇ ਕਿ ਤੁਹਾਡਾ ਜਿਹੜਾ ਮੇਨ ਫਾਈਟ ਹੋਣੀ ਹੈ, ਜਿਹੜਾ ਸਿੱਧਾ ਟਕਰਾਅ ਹੋਣਾ, ਤੁਹਾਡਾ ਕਿਹੜੀ ਧਿਰ ਨੂੰ ਮੰਨਦੇ ਹੋ ਤੁਸੀਂ, ਕਿਹੜੀ ਪਾਰਟੀ ਨੂੰ ਮੰਨਦੇ ਹੋ ਕਿ ਉਹ ਤੁਹਾਡੇ ਜਿਹੜਾ ਬਰਾਬਰ ਦਾ ਕੰਪੀਟੀਸ਼ਨ ਦੇ ਸਕਦੀ? ਇਹ ਬ੍ਰਦਰ ਤੂੰ ਛੋਟਾ ਵੀਰ ਹੈ, ਸਿਆਸਤ ਦੇ ਵਿੱਚ ਜਿਹੜਾ ਕੈਂਡੀਡੇਟ ਬਣ ਜਾਂਦਾ ਉਹ ਜਿੱਤ ਕੇ ਆਉਂਦਾ। ਉਹ ਆਪਣੇ ਆਪ ਨੂੰ ਜਿੱਤਿਆ ਸਮਝਦਾ। ਜਿੰਨਾ ਤੱਕ ਨਤੀਜੇ ਨਹੀਂ ਆਉਂਦੇ ਉਹਨਾਂ ਤੱਕ ਸਾਰੇ ਜਿੰਨੇ ਕੈਂਡੀਡੇਟ ਸਾਰੇ ਜਿੱਤੇ ਹੁੰਦੇ ਨੇ, ਬਰਾਬਰ ਦਾ ਉਹਨਾਂ ਨੂੰ ਮਾਣ ਸਤਿਕਾਰ ਹੁੰਦਾ। ਸੋ ਜਿਹੜੀ ਵੀ ਪਾਰਟੀ ਇਲੈਕਸ਼ਨ ਲੜਦੀ ਆ ਉਹ ਹਰਕੇ ਦੇ ਲੜਦੀ ਨਹੀਂ, ਸਾਰੇ ਜਿੱਤਦੇ ਨੇ। ਪਰ ਜਦੋਂ ਰਿਜ਼ਲਟ ਆ ਜਾਏਗਾ, ਤੁਸੀਂ ਮੁੱਖ ਵਿਰੋਧੀ ਆਪਣਾ ਕਿਹਨੂੰ ਮੰਨਦੇ ਹੋ ਅੱਜ ਦੇ ਸਮੇਂ ਦੇ ਵਿੱਚ? ਦੇਖੋ ਏਜੰਡਿਆਂ ਦੀ ਗੱਲ ਤੁਸੀਂ ਕੀਤੀ ਹੁਣ ਤੱਕ, ਜਿੰਨੀਆਂ ਪਾਰਟੀਆਂ ਇਲੈਕਸ਼ਨ ਲੜਨਗੀਆਂ ਉਹ ਸਾਰੀਆਂ ਪਾਰਟੀਆਂ ਦੇ ਆਪੋ ਆਪਣੇ ਧੜੇ, ਆਪੋ ਆਪਣੀ ਕਾਰਗੁਜ਼ਾਰੀ ਤੇ ਇਲੈਕਸ਼ਨ ਲੜੀ ਜਾਣੀ ਹੈ। ਚਾਹੇ ਉਹ ਅਕਾਲੀ ਦਲ ਹੋਏ, ਕਾਂਗਰਸ ਹੋਏ, ਹਾਂਜੀ ਬੀਜੇਪੀ ਹੋਏ, ਆਪ ਹੋਏ, ਇਹ ਕਾਰਗੁਜ਼ਾਰੀ ਤੇ ਇਲੈਕਸ਼ਨ ਹੋਣੀ ਹੈ, ਨਾ ਕਿ ਧੜਾ ਦੇ। ਵੇਖੋ ਕੈਂਡੀਡੇਟ ਹਰ ਪਾਰਟੀ ਦਾ ਹੋਣਾ, ਮਾਨ ਸਨਮਾਨ ਤਾਂ ਉਹਨੂੰ ਵੀ ਮਿਲਣਾ ਉਹਨਾਂ ਬਰਾਬਰ ਦਾ। ਜੋ ਸਿਕਿਉਰਿਟੀ, ਜੋ ਸਾਰਾ ਕਰਦਾਰ ਇਲੈਕਸ਼ਨ 'ਚ ਕੰਪੇਨ 'ਚ ਜਿੱਥੇ ਜਾਣਾ ਆਉਣਾ, ਉਹ ਸਾਰੇ ਨਾਰੇ ਵਜਣੇ, ਸਾਰਾ ਕੁਛ, ਇਹ ਸਾਰਾ ਕੁਛ ਕਿਰਦਾਰ ਤੇ ਤੁਹਾਡਾ ਸੀਮਤ ਰਹੂਗਾ। ਜਿਹੜਾ ਵੀ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਆਪ ਹੋਵੇ। ਇਸ ਤੋਂ ਪਹਿਲਾਂ ਜੇ ਅਪਰੋਚ ਦੀ ਗੱਲ ਕਰੀਏ ਤਾਂ ਅਕਾਲੀ ਦਲ ਵੀ ਕਹਿੰਦਾ ਕਿ ਅਸੀਂ ਬਹੁਤ ਸਾਰੇ ਲੋਕਾਂ ਨੂੰ ਲੈ ਆਉਣਾ ਹੈ ਔਰ ਬੀਜੇਪੀ ਨੇ ਕਿਹਾ ਸੀ ਕਿ 24 ਹੋਰ ਸਾਡੇ ਲੋਕ ਨੇ ਜਿਹੜੇ ਵੱਡੇ ਚਿਹਰੇ ਨੇ ਉਹ ਸਾਡੇ ਜਿਹੜੇ ਟੱਚ ਦੇ ਵਿੱਚ ਨੇ, ਜਾਂ ਸੂਤਰਾਂ ਦੇ ਹਵਾਲਿਆਂ ਤੋਂ ਵੀ ਇਹ ਬਹੁਤ ਸਾਰੇ ਵੱਡੇ ਚੈਨਲਾਂ ਤੇ ਖਬਰਾਂ ਚੱਲੀਆਂ ਸੀ ਕਿ 27 ਹੋਰ ਲੋਕ ਆ ਰਹੇ ਆ। ਬ੍ਰਦਰ ਆਉਣ ਵਾਲੇ ਦਿਨਾਂ 'ਚ ਦੇਖ ਬਹੁਤ ਕੁਝ ਹੋ ਰਿਹਾ। ਬੀਜੇਪੀ ਸਾਰੀ ਐ ਲੈਣ ਲੱਗੀ। ਤੁਹਾਡੇ ਕੋਲੇ ਕੋਈ ਹਿੰਟ ਤਾਂ ਹੋਏਗਾ, ਤੁਹਾਡਾ ਕੋਈ ਦੋਸਤ ਮਿੱਤਰ, ਤੁਹਾਡੇ ਪੁਰਾਣੇ ਸੱਜਣ ਵੀ ਜਾ ਰਹੇ ਹੋਏ ਹੋਣੇ ਆ, ਤਾਂ ਜ਼ਰੂਰ ਮੈਂ ਚਾਹੂੰਗਾ ਤੁਸੀਂ ਚਲੋ ਅਜੇ ਕੁਝ ਨਹੀਂ ਕਿਹਾ ਸਕਦਾ। ਆਪੋ ਆਪਣੀ ਮਰਜ਼ੀ ਆ, ਕਿਸੇ ਨੂੰ ਪ੍ਰੈਸ਼ਰਾਈਜ਼ ਨਹੀਂ ਕਰਕੇ ਜਾਣਾ। ਜਿਹਨੇ ਜਾਣਾ ਆਪਣੇ ਮਨ ਦੇ ਮਤਲਬ ਅੰਦਰੋਂ ਜਿਹੜੀ ਉਹਦੀ ਫੀਲਿੰਗ ਹੈ ਉਹਦੇ ਮੁਤਾਬਕ ਜਾਓ। ਤਾਂ ਤੁਸੀਂ ਕਹਿ ਰਹੇ ਹੋ ਲਾਈਨਾਂ ਤਾਂ ਲੱਗੀਆਂ ਹੋਈਆਂ? ਉਹ ਲਾਈਨਾਂ ਲੱਗੀਆਂ ਨੇ ਜੀ, ਲਾਈਨਾਂ ਵਾਸਤੇ ਤੇ ਬਹੁਤ ਦੁਨੀਆ ਲੱਗੀ। ਅੱਜ ਅਕਾਲੀ ਦਲ ਦੇ ਵੀ ਕੁਝ ਲੋਕ ਗਏ ਨੇ, ਬਹੁਤ ਵੇਖੋ ਦਿਨੋਂ ਦਿਨ ਜਾ ਹੀ ਰਹੇ ਨੇ, ਮਜ਼ਬੂਤ ਹੋ ਰਹੀ ਭਾਜਪਾ। ਅਸੀਂ ਵੀ ਅਰਦਾਸ ਕਰਾਂਗੇ ਵੀ ਹੋਰ ਤਗੜੇ ਹੋ ਕੇ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ, ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ। ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ, ਖਬਰ ਦੀ ਨਿਰਪੱਖ ਆਵਾਜ਼। ਵਿਜ਼ਿਟ ਕਰੋ www.nirpakhpost.com।